हाँ जी, सत श्री अकाल सारिਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਰੀਆਰਡਰ ਪੈਰਾਗ੍ਰਾਫਸ। ਐਂਡ ਰੀਆਰਡਰ ਪੈਰਾਗ੍ਰਾਫ ਇਜ਼ ਦੀ ਥਰਡ ਮੋਡਿਊਲ ਆਫ ਦੀ ਰੀਡਿੰਗ ਸੈਕਸ਼ਨ। ਰੀਡਿੰਗ ਸੈਕਸ਼ਨ ਦਾ ਥਰਡ ਮੋਡਿਊਲ ਹੈ। ਫਸਟ ਹੈਗਾ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਐਂਡ ਸੈਕਿੰਡ ਸੀਗਾ ਆਪਣਾ MCQ ਮਲਟੀਪਲ ਆਨਸਰਸ, ਤੇ ਥਰਡ ਆਪਣਾ ਰੀਆਰਡਰ ਪੈਰਾਗ੍ਰਾਫ ਹੈ। ਐਂਡ ਇਟ ਕੰਟਰੀਬਿਊਟ ਇਨ ਰੀਡਿੰਗ ਸੈਕਸ਼ਨ ਓਨਲੀ। ਇਹਦੀ ਜਿਹੜੀ ਸਕੋਰ ਦੀ ਕੰਟਰੀਬਿਊਸ਼ਨ ਰਹੇਗੀ ਉਹ ਸਿਰਫ ਰੀਡਿੰਗ ਸੈਕਸ਼ਨ ਦੇ ਵਿੱਚ ਰਹੇਗੀ। and it will contribute 6 marks in the reading section। सिर्फ 6 marks ही contribute करेगा जो कि अपना blanks ਦੇ comparative बहुत घट है। and this is a crucial task। एक ਜਿਹੜਾ task है थोड़ा ਜਿਹਾ crucial task है ਕਿਉਂਕਿ ਇਹਦੇ ਵਿੱਚ ਤੁਹਾਡਾ ਮਤਲਬ ਇਹ ਹੁੰਦਾ ਕਿ ਜੋ ਤੁਸੀਂ ਟ੍ਰਿਕਸ ਯੂਜ਼ ਕਰ ਰਹੇ ਹੋ ਉਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਜਿਹੜੇ ਟ੍ਰਿਕਸ ਨੇ ਉਹ ਫਾਈਨਲ ਦੇ ਵਿੱਚ ਵੀ ਕੰਮ ਕਰਨਗੇ। ਇਹ ਡਿਪੈਂਡ ਕਰਦਾ ਕਿ ਤੁਹਾਨੂੰ ਪੈਰਾਗ੍ਰਾਫ ਕਿਵੇਂ ਦਾ ਆਉਂਦਾ ਹੈ। ਐਂਡ ਯੂ ਵਿਲ ਗੈਟ 2 to 3 ਕੁਐਸਚਨਸ ਇਨ ਦੀ ਫਾਈਨਲ ਐਗਜ਼ਾਮ। 2 ਕੁਐਸਚਨਸ ਤੁਹਾਨੂੰ ਆਉਣਗੇ ਹੀ ਆਉਣਗੇ, ਬਟ 3 ਕੁਐਸਚਨਸ ਵੀ ਆ ਸਕਦੇ ਨੇ। ਇਹ ਡਿਪੈਂਡ ਕਰਦਾ ਕਿ ਨੰਬਰ ਆਫ ਕੁਐਸਚਨਸ ਕਿੰਨੇ ਵੇਰੀ ਕਰਦੇ ਨੇ, 14 ਨੇ ਜਾਂ 15 ਨੇ। ਐਂਡ ਟੈਕਸਟ ਅਪ ਟੂ 300 ਵਰਡਸ। ਮਤਲਬ ਇਹ ਮੈਕਸਿਮਮ ਲਿਮਿਟ ਹੈ ਕਿ ਜਿਹੜਾ ਟੈਕਸਟ ਰਹੇਗਾ ਉਹ 300 ਵਰਡਸ ਦਾ ਰਹੇਗਾ, ਬਟ ਉਸ ਤੋਂ ਘੱਟ ਵੀ ਹੋ ਸਕਦਾ ਹੈ। ਇਹ ਡਿਪੈਂਡ ਕਰਦਾ ਹੈ ਕਿ 200 ਵਰਡਸ ਹੈ, 150 ਵਰਡਸ ਹੈ। ਕਈ ਵਾਰ ਪੈਰਾਗ੍ਰਾਫ ਜਿਹੜੇ ਹੁੰਦੇ ਨੇ ਉਹ ਥੋੜ੍ਹੇ ਲੈਂਥੀ ਹੁੰਦੇ ਨੇ। ਸੋ ਇਹ ਡਿਪੈਂਡ ਕਰੇਗਾ ਕਿ ਤੁਹਾਨੂੰ ਕਿਵੇਂ ਦੇ ਪੈਰਾਗ੍ਰਾਫ ਆ ਸਕਦੇ ਨੇ, ਬਟ ਜਿਹੜੀ ਮੈਕਸਿਮਮ ਲਿਮਿਟ ਹੈ ਉਹ 300 ਵਰਡਸ ਦੀ ਰਹੇਗੀ। ਐਂਡ ਯੂਅਰ ਸਕੋਰ ਵਿਲ ਬੀ ਅਵੈਲੂਏਟਡ ਬੇਸਡ ਔਨ ਯੂਅਰ ਰੀਡਿੰਗ ਸਕਿੱਲਸ। ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਇਹਦੀ ਕੰਟਰੀਬਿਊਸ਼ਨ ਹੈ ਉਹ ਸਿਰਫ ਰੀਡਿੰਗ ਸੈਕਸ਼ਨ ਦੇ ਵਿੱਚ ਹੈ। ਸੋ ਇੱਥੇ ਤੁਹਾਡੀਆਂ ਜਿਹੜੀਆਂ ਸਕਿੱਲ ਅਸੈਸ ਹੋ ਰਹੀਆਂ ਉਹ ਸਿਰਫ ਰੀਡਿੰਗ ਸਕਿੱਲਸ ਹੀ ਅਸੈਸ ਹੋ ਰਹੀਆਂ। ਐਂਡ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਟ ਇਜ਼ ਅ ਪਾਰਸ਼ੀਅਲ ਕ੍ਰੈਡਿਟ। For each correct pair you will get 1 point, and for incorrect pair 0 points, because there is no negative marking। ਪਾਰਸ਼ਲ ਕ੍ਰੈਡਿਟ ਦਾ ਮਤਲਬ ਹੈ ਕਿ ਜਿੰਨਾ ਤੁਹਾਡਾ ਕੁਐਸਚਨ ਠੀਕ ਹੋਏਗਾ, ਜਿੰਨੇ ਪੇਅਰਸ ਤੁਸੀਂ ਠੀਕ ਬਣਾਓਗੇ ਉਹਦੇ ਤੁਹਾਨੂੰ ਮਾਰਕਸ ਮਿਲਣਗੇ। ਇਨ ਕੇਸ ਜੇ ਤੁਹਾਡੇ ਪੇਅਰਸ ਗਲਤ ਬਣਾ ਰਹੇ ਹੋ ਤੁਸੀਂ, ਇਨਕਰੈਕਟ ਪੇਅਰਸ ਨੇ, ਤਾਂ ਉਹਦੇ ਜਿਹੜੇ ਮਿਨੀਮਮ ਮਾਰਕਸ ਹੋਣਗੇ ਉਹ 0 ਹੋਣਗੇ, ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਫੋਰ ਐਗਜ਼ਾਮਪਲ ਮੈਂ ਇੱਥੇ ਪੇਅਰ ਲਿਆ ਕਿ ਤੁਹਾਡੇ ਕੋਲ A B C D E ਤੱਕ ਆ ਰਿਹਾ ਹੈ। ਸੋ ਜਿਹੜੀ ਉਹਦਾ ਸੀਕੁਐਂਸ ਬਣ ਰਿਹਾ ਉਹ ਤੁਹਾਡਾ ਬਣ ਰਿਹਾ A C E D and B। ਸੋ ਇਨ ਕੇਸ ਅਗਰ ਤੁਹਾਡੇ ਸਾਰੇ ਪੇਅਰਸ ਠੀਕ ਬਣ ਰਹੇ ਨੇ A C E D B ਤਾਂ ਤੁਹਾਨੂੰ 4 ਪੁਆਇੰਟਸ ਮਿਲਦੇ ਨੇ। ਬਟ ਅਗਰ ਤੁਸੀਂ A ਔਰ C ਕਰੈਕਟ ਹੈ, ਤੁਹਾਡੇ ਬਾਕੀ ਗਲਤ ਹੈ, ਤਾਂ ਤੁਹਾਨੂੰ 1 ਪੁਆਇੰਟ ਮਿਲੇਗਾ। ਸਿਮਿਲਰਲੀ ਜੇ ਤੁਹਾਡਾ D ਤੇ B ਠੀਕ ਹੈ ਜਾਂ ਫਿਰ ਤੁਹਾਡਾ C E D ਵੀ ਠੀਕ ਹੈ ਤਾਂ ਤੁਹਾਡੇ 3 ਪੁਆਇੰਟਸ ਮਿਲਣਗੇ। ਸੋ ਇਹ ਡਿਪੈਂਡ ਕਰਦਾ ਕਿ ਤੁਹਾਡੇ ਕਿੰਨੇ ਨੰਬਰ ਆਫ ਪੇਅਰਸ ਠੀਕ ਨੇ। ਇਨ ਕੇਸ ਜੇ ਤੁਹਾਨੂੰ ਪੈਰਾਗ੍ਰਾਫ ਦੇ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਇੱਕ ਪੇਅਰ ਵੀ ਠੀਕ ਬਣਾ ਲਓਗੇ ਤਾਂ ਤੁਹਾਨੂੰ 1 ਪੁਆਇੰਟ ਮਿਲੇਗਾ। ਸੋ ਤੁਸੀਂ ਟਰਾਈ ਕਰਨਾ ਹੈ ਕਿ ਤੁਸੀਂ ਕਿੰਨੇ ਕੁ ਪੇਅਰ ਠੀਕ ਬਣਾ ਸਕਦੇ ਹੋ। ਤੇ ਪਹਿਲਾਂ ਮੈਂ ਇਹਦੇ ਵਿੱਚ ਗੱਲ ਕਰਾਂਗੀ ਟਿਪਸ ਐਂਡ ਟ੍ਰਿਕਸ ਦੀ ਰੀਆਰਡਰ ਪੈਰਾਗ੍ਰਾਫ ਦੇ ਵਿੱਚ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਐਗਜ਼ਾਮਪਲ ਜਿਹੜੀਆਂ ਨੇ ਉਹ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੀ। ਤੇ ਇਹਦੇ ਵਿੱਚ ਹੈਗਾ ਕਿ ਦੇਅਰ ਇਜ਼ ਨੋ ਸਪੈਸੀਫਿਕ ਟਾਈਮਿੰਗ ਫॉर ਪਾਰਟਿਕੂਲਰ ਕੁਐਸਚਨ। ਜਿਵੇਂ ਮੈਂ ਦੱਸਿਆ ਸੀਗਾ ਕਿ ਜਿਹੜਾ ਤੁਹਾਡਾ ਰੀਡਿੰਗ ਸੈਕਸ਼ਨ ਦਾ ਟਾਈਮ ਹੈ ਉਹ ਕੰਬਾਈਨ ਹੈ, 29 to 30 ਮਿੰਟਸ ਦਾ ਟਾਈਮ ਹੁੰਦਾ ਹੈ। ਸੋ ਤੁਸੀਂ ਟਾਈਮ ਮੈਨੇਜ ਕਰਕੇ ਚੱਲਣਾ, ਕਿਉਂਕਿ ਇਸ ਤੋਂ ਬਾਅਦ ਜਿਹੜਾ ਨੈਕਸਟ ਟਾਸਕ ਆਏਗਾ ਉਹ ਰੀਡਿੰਗ ਫਿਲਿੰਗ ਦਾ ਬਲੈਂਕਸ ਹੈ, ਤੇ ਉਹ ਟਾਸਕ ਵੀ ਕਾਫੀ ਇੰਪੋਰਟੈਂਟ ਹੈ ਐਜ਼ ਕੰਪੇਅਰ ਟੂ ਰੀਆਰਡਰ ਪੈਰਾਗ੍ਰਾਫ। ਸੋ ਤੁਸੀਂ ਜ਼ਿਆਦਾ ਟਾਈਮ ਰੀਆਰਡਰ ਪੈਰਾਗ੍ਰਾਫ 'ਤੇ ਵੇਸਟ ਨਹੀਂ ਕਰਨਾ। ਸੋ ਡੋਂਟ ਸਪੈਂਡ ਮੋਰ ਦੈਨ 2 ਮਿੰਟਸ ਔਨ ਈਚ ਕੁਐਸਚਨ। ਜੇ ਤੁਹਾਨੂੰ 2 ਕੁਐਸਚਨ ਆ ਰਹੇ ਤਾਂ ਤੁਸੀਂ 4 ਹੀ ਮਿੰਟ ਲਾਉਣੇ ਆ ਉੱਥੇ, ਕਿਉਂਕਿ ਰੀਡਿੰਗ ਦਾ ਫਿਲਿੰਗ ਦਾ ਬਲੈਂਕਸ ਦੇ ਕੁਐਸਚਨ ਵੀ ਵੇਰੀ ਕਰ ਸਕਦੇ ਆ ਇਨ ਕੇਸ ਜੇ ਤੁਹਾਨੂੰ ਉੱਥੇ ਨੰਬਰ ਆਫ ਕੁਐਸਚਨਸ ਜ਼ਿਆਦਾ ਆ ਗਏ। ਸੋ 2 ਮਿੰਟ ਇੱਕ ਪੈਰਾਗ੍ਰਾਫ 'ਤੇ ਬਹੁਤ ਨੇ। ਜੇ ਤੁਹਾਨੂੰ ਇਨ ਕੇਸ ਕੁਛ ਨਹੀਂ ਸਮਝ ਆ ਰਿਹਾ ਤਾਂ ਜੋ ਸਮਝ ਆ ਰਿਹਾ ਉਸ ਦੇ ਅਕੋਰਡਿੰਗ ਕੁਐਸਚਨ ਨੂੰ ਅਟੈਂਪਟ ਕਰੋ ਤੇ ਅਗਲਾ ਨੈਕਸਟ ਬਟਨ ਤੇ ਕਲਿੱਕ ਕਰ ਦਿਓ। ਰੀਡ ਦੀ ਫੁੱਲ ਟੈਕਸਟ। ਜਦੋਂ ਵੀ ਤੁਸੀਂ ਪੈਰਾਗ੍ਰਾਫ ਅਰੇਂਜ ਕਰਨੇ ਆ ਇੱਕ ਆਰਡਰ ਦੇ ਵਿੱਚ ਤਾਂ ਤੁਸੀਂ ਪਹਿਲਾਂ ਪੂਰਾ ਟੈਕਸਟ ਪੜ੍ਹਨਾ ਹੈ ਕਿ ਉਸ ਟੈਕਸਟ ਦੇ ਵਿੱਚ ਕਿਸ ਚੀਜ਼ ਦੇ ਰਿਗਾਰਡਿੰਗ ਗੱਲ ਹੋ ਰਹੀ ਹੈ ਤੇ ਕਿਵੇਂ ਉਹਨਾਂ ਨੂੰ ਫਾਈਂਡ ਆਊਟ ਕਰਨਾ ਹੈ ਤੁਸੀਂ। ਤਾਂ ਉਸ ਤੋਂ ਬਾਅਦ ਮੈਂ ਨੈਕਸਟ ਗੱਲ ਕੀਤੀ ਹੈ ਟਰਾਈ ਟੂ ਫਾਈਂਡ ਆਊਟ ਦੀ ਮੇਨ ਆਈਡੀਆ ਔਰ ਦੀ ਇੰਡੀਪੈਂਡੈਂਟ ਸੈਂਟੈਂਸ। ਜਦੋਂ ਤੁਸੀਂ ਪੂਰਾ ਟੈਕਸਟ ਨੂੰ ਰੀਡ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਫਾਈਂਡ ਆਊਟ ਕਰਨਾ ਹੈ ਕਿ ਜਿਹੜਾ ਤੁਹਾਡਾ ਪੈਰਾਗ੍ਰਾਫ ਗਿਵਨ ਹੈ ਉਹਦਾ ਮੇਨ ਆਈਡੀਆ ਕੀ ਹੈਗਾ। ਜੇ ਤੁਹਾਨੂੰ ਈਜ਼ਲੀ ਮੇਨ ਆਈਡੀਆ ਮਿਲ ਜਾਂਦਾ ਹੈ ਕਿ ਇਸ ਦੇ ਰਿਗਾਰਡਿੰਗ ਇਸ ਪੈਰਾ 'ਚ ਗੱਲ ਕੀਤੀ ਗਈ ਹੈ, ਬਟ ਇਨ ਕੇਸ ਜੇ ਤੁਹਾਨੂੰ ਮੇਨ ਆਈਡੀਆ ਨਹੀਂ ਮਿਲਦਾ ਤਾਂ ਤੁਸੀਂ ਇੰਡੀਪੈਂਡੈਂਟ ਸੈਂਟੈਂਸ ਨੂੰ ਵੀ ਫਾਈਂਡ ਆਊਟ ਕਰ ਸਕਦੇ ਹੋ ਕਿ ਜੋ ਮਤਲਬ ਤੁਹਾਨੂੰ ਲੱਗ ਰਿਹਾ ਕਿ ਹਾਂ ਇਹਨੂੰ ਲੈ ਕੇ ਮੈਂ ਆਪਣਾ ਪਹਿਲਾ ਪੁਆਇੰਟ ਬਣਾ ਲਿਆ, ਪਹਿਲਾ ਪੇਅਰ ਬਣਾ ਲਿਆ। ਸੋ ਤੁਸੀਂ ਇੰਡੀਪੈਂਡੈਂਟ ਸੈਂਟੈਂਸ ਫਾਈਂਡ ਆਊਟ ਕਰ ਲਓ ਜੇ ਤੁਹਾਨੂੰ ਮੇਨ ਆਈਡੀਆ ਨਹੀਂ ਮਿਲ ਰਿਹਾ। ਉਸ ਤੋਂ ਬਾਅਦ ਜਿਹੜਾ ਸੈਕਿੰਡ ਟ੍ਰਿਕ ਆਪਾਂ ਫੋਲੋ ਕਰ ਸਕਦੇ ਹਾਂ ਉਹ ਹੈਗਾ ਫੋਲੋ ਸਬਜੈਕਟ ਵਰਬ ਐਂਡ ਆਬਜੈਕਟ ਰੂਲ।
ਤੇ ਇਹਦੇ ਵਿੱਚ ਇੱਕ ਤਾਂ ਵਰਬ ਦੀ ਗੱਲ ਹੋ ਰਹੀ ਹੈ, ਉਸ ਤੋਂ ਬਾਅਦ ਸਬਜੈਕਟ ਤੇ ਆਬਜੈਕਟ ਦੀ ਆਪਾਂ ਗੱਲ ਕਰ ਰਹੇ ਹਾਂ। ਫॉर एग्जांपल ਅਗਰ ਤੁਸੀਂ ਫਰਸਟ ਪੈਰਾਗ੍ਰਾਫ ਦੇ ਵਿੱਚ ਕੋਈ ਸਬਜੈਕਟ ਦੀ ਗੱਲ ਹੋਈ ਹੈ ਤਾਂ ਆਟੋਮੈਟਿਕਲੀ ਜਿਹੜਾ ਉਹ ਸਬਜੈਕਟ ਹੋਏਗਾ ਉਹ ਨੈਕਸਟ ਪੈਰਾਗ੍ਰਾਫ ਦਾ ਆਬਜੈਕਟ ਬਣੇਗਾ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਅੱਗੇ ਮੈਂ ਐਗਜ਼ਾਮਪਲਸ ਲਈਆਂ ਨੇ ਤੇ ਉੱਥੇ ਮੈਂ ਕਲੀਅਰ ਕਰਾਂਗੀ ਕਿ ਸਬਜੈਕਟ ਤੇ ਆਬਜੈਕਟ ਰੂਲ ਐਕਚੁਅਲ 'ਚ ਹੈ ਕੀ ਹੈ। ਜਿਵੇਂ ਫਸਟ ਪੈਰਾਗ੍ਰਾਫ ਦੇ ਵਿੱਚ ਸਬਜੈਕਟ ਆ ਗਿਆ ਤੇ ਜਿਹੜਾ ਨੈਕਸਟ ਜਿਹੜੀ ਸਬਜੈਕਟ ਫॉर एग्जांपल ਇਹੀ ਆਪਾਂ ਗੱਲ ਕਰ ਲਈਏ ਕਿ ਇੱਥੇ ਸਬਜੈਕਟ ਦੀ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਥਰਡ ਜਾਂ ਸੈਕੰਡ ਪੈਰਾਗ੍ਰਾਫ ਆਏਗਾ ਉਸ ਦੇ ਵਿੱਚ ਜੋ ਸਬਜੈਕਟ ਸੀਗਾ ਉਹ ਨੈਕਸਟ ਦਾ ਕੀ ਬਣੇਗਾ, ਆਬਜੈਕਟ ਬਣੇਗਾ। ਮੰਨ ਲਓ ਸਬਜੈਕਟ ਸਟਾਰਟਿੰਗ 'ਚ ਆਇਆ ਤਾਂ ਜਿਹੜਾ ਆਬਜੈਕਟ ਹੈ ਉਹ ਥੋੜਾ ਲਾਸਟ ਵਿੱਚ ਆਏਗਾ, ਸਬਜੈਕਟ ਔਰ ਆਬਜੈਕਟ। ਉਸ ਤੋਂ ਬਾਅਦ ਤੁਸੀਂ ਵਰਬ ਦੇਖ ਸਕਦੇ ਹੋ। ਅੱਗੇ ਆਪਾਂ ਗੱਲ ਕਰਦੇ ਹਾਂ ਇਨਡੈਫੀਨਿਟ ਆਰਟੀਕਲਸ। ਇਨਡੈਫੀਨਿਟ ਆਰਟੀਕਲਸ ਮੀਨਸ ਏ ਐਂਡ ਐਨ ਟੂ ਇੰਟਰੋਡਿਊਸ ਦੀ ਸਬਜੈਕਟ। ਜੇ ਤੁਹਾਡਾ ਕੋਈ ਵੀ ਸੈਂਟੈਂਸ ਏ ਔਰ ਐਨ ਨਾਲ ਸਟਾਰਟ ਹੋ ਰਿਹਾ ਦੈਨ ਇਟ ਮਾਈਟ ਬੀ ਦੀ ਫਰਸਟ ਸੈਂਟੈਂਸ ਆਫ ਦੀ ਪੈਰਾਗ੍ਰਾਫ। ਉਹ ਫਰਸਟ ਤੁਹਾਡਾ ਸੈਂਟੈਂਸ ਹੋ ਸਕਦਾ ਹੈ। ਜੇ ਤੁਸੀਂ ਫਰਸਟ ਸੈਂਟੈਂਸ ਨੂੰ ਈਜ਼ਲੀ ਲੱਭ ਲਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਡੈਫੀਨਿਟ ਆਰਟੀਕਲ ਦ। ਜੇ ਤੁਹਾਡਾ ਕੋਈ ਵੀ ਸੈਂਟੈਂਸ ਪੈਰਾਗ੍ਰਾਫ ਦੇ ਵਿੱਚ ਦ ਨਾਲ ਸਟਾਰਟ ਹੋ ਰਿਹਾ ਤਾਂ ਉਹ ਵੀ ਤੁਹਾਡਾ ਫਰਸਟ ਸੈਂਟੈਂਸ ਹੋ ਸਕਦਾ ਹੈ ਔਰ ਯੂ ਕੈਨ ਸੇ ਕਿ ਇੰਡੀਪੈਂਡੈਂਟ ਸੈਂਟੈਂਸ ਹੈ ਜਾਂ ਫਿਰ ਉਹ ਮੇਨ ਆਈਡੀਆ ਹੋ ਸਕਦਾ ਤੁਹਾਡੇ ਰੀਆਰਡਰ ਪੈਰਾਗ੍ਰਾਫ ਦਾ। ਉਸ ਤਰ੍ਹਾਂ ਨਾਲ ਤੁਸੀਂ ਇਸ ਚੀਜ਼ ਨੂੰ ਫਾਈਂਡ ਆਊਟ ਕਰ ਸਕਦੇ ਹੋ ਕਿ ਜਿਹੜਾ ਤੁਹਾਡਾ ਫਰਸਟ ਪੈਰਾਗ੍ਰਾਫ ਹੈ ਉਹ ਤੁਸੀਂ ਕਿਵੇਂ ਫਾਈਂਡ ਆਊਟ ਕਰਨਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨਾਊਨਸ ਦੀ। ਨਾਊਨਸ ਮਤਲਬ ਕਿ ਜਿਵੇਂ ਆਪਣੇ ਕੋਲ ਕੋਈ ਸੈਂਟੈਂਸ ਹੈ ਉਹ ਸਟਾਰਟ ਹੋ ਰਿਹਾ ਹੀ, ਸ਼ੀ, ਦੇ, ਦੈਮ, ਹਿਮ ਤਾਂ ਉਹ ਤੁਹਾਡਾ ਕਦੇ ਵੀ ਫਰਸਟ ਸੈਂਟੈਂਸ ਨਹੀਂ ਬਣੇਗਾ। ਫॉर एग्जांपल ਜਿੱਥੇ ਨਾਊਨਸ ਨੇ, ਨਾਊਨਸ ਮਤਲਬ ਨੇਮ ਆਫ ਦੀ ਪਰਸਨ, ਕਿਸੇ ਪਰਸਨ ਦੇ ਨੇਮ ਦੀ ਗੱਲ ਹੋ ਰਹੀ ਹੈ, ਕਿਸੇ ਪਲੇਸ ਦੇ ਨੇਮ ਦੀ ਗੱਲ ਹੋ ਰਹੀ ਹੈ, ਕੋਈ ਸਿਟੀ ਦਾ ਨਾਮ ਮੈਂਸ਼ਨ ਹੈ, ਕਿਸੇ ਕੰਟਰੀ ਦਾ ਨਾਮ ਮੈਂਸ਼ਨ ਹੈ ਜਾਂ ਫਿਰ ਕਿਸੇ ਐਨੀਮਲ ਦੀ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਕੋਈ ਥਿੰਗਸ ਦੀ ਗੱਲ ਹੋ ਰਹੀ ਹੈ, ਮਤਲਬ ਕਿਸੇ ਵੀ ਚੀਜ਼ ਨੂੰ ਲੈ ਕੇ ਉਹ ਪੈਰਾਗ੍ਰਾਫ ਹੈ, ਤੁਹਾਡੇ ਕਰੀਅਰ ਨੂੰ ਲੈ ਕੇ ਹੈ ਜਾਂ ਕੋਈ ਵੀ ਇਸ਼ੂ ਹੈ, ਕੋਈ ਟੌਪਿਕ ਹੈ ਤਾਂ ਅਗਰ ਉਹ ਚੀਜ਼ ਕਿਸੇ ਵੀ ਸੈਂਟੈਂਸ ਕਿਸੇ ਵੀ ਪੈਰਾਗ੍ਰਾਫ ਦੇ ਵਿੱਚ ਮੈਂਸ਼ਨ ਹੈ ਤਾਂ ਉਹ ਤੁਹਾਡਾ ਫਰਸਟ ਸੈਂਟੈਂਸ ਹੋਏਗਾ। ਤੇ ਇਨ ਕੇਸ ਅਗਰ ਉਹ ਤੁਹਾਡਾ ਨੇਮ ਆਫ ਪਰਸਨ, ਪਲੇਸ, ਐਨੀਮਲ ਇਹ ਤੁਹਾਡਾ ਫਰਸਟ ਸੈਂਟੈਂਸ ਹੋ ਗਿਆ ਤੇ ਉਸ ਤੋਂ ਬਾਅਦ ਅਗਰ ਉਹ ਫੋਲੋ ਕਰ ਰਿਹਾ ਪ੍ਰਨਾਊਨਸ ਨੂੰ, ਪ੍ਰਨਾਊਨਸ ਇਨ ਦੀ ਸੈਂਸ ਅਗਰ ਨੇਮ ਆਫ ਪਰਸਨ ਹੈ ਤਾਂ ਹੀ, ਸ਼ੀ ਆ ਗਿਆ ਜਾਂ ਫਿਰ ਦੇ, ਦੈਮ ਆ ਗਿਆ ਜਾਂ ਹਿਮ ਆ ਗਿਆ ਤਾਂ ਉਹ ਤੁਹਾਡਾ ਸੈਕੰਡ ਪੈਰਾਗ੍ਰਾਫ ਆ ਜਾਏਗਾ। ਮਤਲਬ ਉਹ ਜਿਹੜੇ ਪ੍ਰਨਾਊਨ ਹੈ ਉਹ ਫਰਸਟ ਜਿਹੜਾ ਨਾਊਨ ਸੀਗਾ ਉਹਨੂੰ ਫੋਲੋ ਕਰ ਰਹੇ ਹੈ। ਫॉर एग्जांपल ਇਹ ਤੁਹਾਡਾ ਹੋ ਗਿਆ ਆਬਜੈਕਟ ਤੇ ਇਹ ਹੋ ਗਿਆ ਸਬਜੈਕਟ। ਮਤਲਬ ਇਸ ਤਰ੍ਹਾਂ ਨਾਲ ਤੁਸੀਂ ਉਸ ਚੀਜ਼ ਨੂੰ ਫਾਈਂਡ ਆਊਟ ਕਰ ਸਕਦੇ ਹੈ। ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿੱਥੇ ਪ੍ਰਨਾਊਨ ਆ ਗਿਆ ਹੀ, ਸ਼ੀ, ਦੇ, ਦੈਮ, ਹਿਮ ਕੁਝ ਵੀ ਆ ਗਿਆ ਉਹ ਤੁਹਾਡਾ ਫਰਸਟ ਸੈਂਟੈਂਸ ਕਦੇ ਵੀ ਨਹੀਂ ਹੋਊਗਾ। ਉਸ ਤੋਂ ਬਾਅਦ ਤੁਸੀਂ ਸ਼ਾਰਟ ਫਾਰਮਸ ਦਾ ਧਿਆਨ ਰੱਖਣਾ ਹੈ। ਸ਼ਾਰਟ ਫਾਰਮਸ ਜਿਵੇਂ ਫਰਸਟ ਨੇਮ ਹੋ ਗਿਆ, ਉਸ ਤੋਂ ਬਾਅਦ ਲਾਸਟ ਨੇਮ ਹੋ ਗਿਆ, ਫਿਰ ਸ਼ਾਰਟ ਫਾਰਮ ਹੋ ਗਿਆ, ਫੁੱਲ ਫਾਰਮ ਹੋ ਗਿਆ ਤੇ ਕਈ ਸੈਂਟੈਂਸਸ ਦੇ ਵਿੱਚ ਪਹਿਲਾਂ ਸ਼ਾਰਟ ਫਾਰਮ ਯੂਜ਼ ਕੀਤੀ ਹੁੰਦੀ ਹੈ, ਉਸ ਤੋਂ ਬਾਅਦ ਫੁੱਲ ਫਾਰਮ ਯੂਜ਼ ਕਰਦੇ ਹੈ। ਤਾਂ ਉਸ ਚੀਜ਼ ਨਾਲ ਵੀ ਤੁਸੀਂ ਫੋਲੋ ਅਪ ਕਰ ਸਕਦੇ ਹੋ ਕਿ ਪਹਿਲਾਂ ਕਿਹੜੀ ਚੀਜ਼, ਪਹਿਲਾਂ ਸ਼ਾਰਟ ਫਾਰਮ ਆ ਰਹੀ ਹੈ ਤਾਂ ਉਸ ਤੋਂ ਬਾਅਦ ਹੀ ਫੁੱਲ ਫਾਰਮ ਆਏਗੀ। ਉਸ ਤੋਂ ਬਾਅਦ ਕਈ ਵਾਰ ਹੁੰਦਾ ਕਿ ਜੇ ਕਿਸੇ ਮਤਲਬ ਤੁਹਾਡੇ ਜਗ੍ਹਾ ਦਾ ਨਾਮ ਹੋ ਰਿਹਾ ਜਾਂ ਕਿਸੇ ਪਰਸਨ ਦੇ ਰਿਲੇਟਡ ਗੱਲ ਹੋ ਰਹੀ ਹੈ ਤਾਂ ਪਹਿਲਾਂ ਉਹਦਾ ਫਰਸਟ ਨਾਮ ਦੇਤਾ, ਫਿਰ ਉਹਦਾ ਲਾਸਟ ਨਾਮ, ਨੈਕਸਟ ਪੈਰਾਗ੍ਰਾਫ ਦੇ ਵਿੱਚ ਉਹਦੀ ਡਿਸਕਸ਼ਨ ਹੋਈ। ਤਾਂ ਇਸ ਤਰ੍ਹਾਂ ਨਾਲ ਤੁਸੀਂ ਇੱਕ ਲਿੰਕ ਫਾਈਂਡ ਆਊਟ ਕਰ ਸਕਦੇ ਹੋ ਕਿ ਇਹ ਪਹਿਲਾਂ ਆਏਗਾ ਜਾਂ ਫਿਰ ਇਹ ਉਸ ਤੋਂ ਬਾਅਦ ਆਏਗਾ। ਉਸ ਤੋਂ ਬਾਅਦ ਟਾਈਮ ਪੀਰੀਅਡਸ। ਟਾਈਮ ਪੀਰੀਅਡਸ ਐਕਚੁਅਲੀ ਟਾਈਮ ਪੀਰੀਅਡਸ ਦੀ ਗੱਲ ਹੁੰਦੀ ਹੈ, ਕਈ ਵਾਰ ਸਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦੇ ਨੇ ਬਟ ਟਾਈਮ ਪੀਰੀਅਡ ਵੀ ਥੋੜਾ ਕਨਫਿਊਜ਼ਿੰਗ ਹੁੰਦਾ ਹੈ। ਆਪਾਂ ਚੱਲਦੇ ਹਾਂ ਕਿ ਇਨਕਰੀਜ਼ਿੰਗ ਆਰਡਰ ਹੈ ਜਾਂ ਤਾਂ ਮਤਲਬ ਪਹਿਲਾਂ ਮੰਨ ਲਓ ਕਿ 920 ਦੀ ਗੱਲ ਹੋ ਗਈ, ਫਿਰ 30 ਦੀ ਹੋ ਗਈ, 35 ਦੀ ਹੋ ਗਈ ਤਾਂ ਸਭ ਤੋਂ ਪਹਿਲਾਂ 920 ਜਾਂ 25 ਹੀ ਆਏਗਾ। ਸੋ ਇਹ ਜ਼ਰੂਰੀ ਨਹੀਂ ਹੈਗਾ। ਤੁਸੀਂ ਟਾਈਮ ਪੀਰੀਅਡਸ ਨੂੰ ਧਿਆਨ ਰੱਖਣਾ ਹੈ, ਮਾਈਟ ਵੀ ਉਹ ਇਨਕਰੀਜ਼ਿੰਗ ਆਰਡਰ 'ਚ ਹੋਏ ਜਾਂ ਡਿਕਰੀਜ਼ਿੰਗ ਆਰਡਰ 'ਚ ਹੋਏ। ਸੋ ਤੁਸੀਂ ਉਸ ਚੀਜ਼ 'ਤੇ ਫੋਕਸ ਕਰਨਾ ਹੈ। ਕਈ ਵਾਰ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ ਸਿਰਫ ਆਪਾਂ ਨੂੰ ਕਨਫਿਊਜ਼ ਕਰਨ ਵਾਸਤੇ ਹੁੰਦਾ ਹੈ ਕਿ ਹਾਂ ਅਗਰ ਅਸੀਂ ਟਾਈਮ ਪੀਰੀਅਡ ਮੈਂਸ਼ਨ ਕਰਤਾ ਤਾਂ ਇਹ ਆਰਡਰ ਵੀ ਉਸੇ ਸੀਕੁਐਂਸ 'ਚ ਬਣਾਏਗਾ, ਮਤਲਬ ਜਾਂ ਤਾਂ ਇਨਕਰੀਜ਼ਿੰਗ 'ਚ ਬਣਾਊਗਾ ਜਾਂ ਡਿਕਰੀਜ਼ਿੰਗ 'ਚ ਬਣਾਊਗਾ। ਸੋ ਜਦੋਂ ਵੀ ਤੁਸੀਂ ਟਾਈਮ ਪੀਰੀਅਡ ਨੂੰ ਲੈ ਕੇ ਕੋਈ ਆਪਣੇ ਰੀਅਰੇਂਜ ਕਰ ਰਹੇ ਹੋ, ਪੈਰਾਗ੍ਰਾਫ ਨੂੰ ਅਰੇਂਜ ਕਰ ਰਹੇ ਹੋ ਤਾਂ ਤੁਸੀਂ ਟਾਈਮ ਪੀਰੀਅਡ ਦੇ ਨਾਲ ਨਾਲ ਜਿਹੜਾ ਉਹਦੇ ਵਿੱਚ ਲਿਖਿਆ ਉਹਨੂੰ ਵੀ ਪੜ੍ਹਨਾ ਹੈ ਕਿ ਕੀ ਗੱਲ ਹੋ ਰਹੀ ਹੈ। ਟਾਈਮ ਪੀਰੀਅਡ ਹੋ ਸਕਦਾ ਸੀਕੁਐਂਸ ਦੇ ਵਿੱਚ ਬਟ ਉਹਦੇ ਨਾਲ ਤੁਹਾਨੂੰ ਇਹ ਵੀ ਦੇਖਣਾ ਪਏਗਾ ਕਿ ਉਹ ਟਾਈਮ ਪੀਰੀਅਡ ਦੇ ਨਾਲ ਗੱਲ ਕੀ ਕਰ ਰਿਹਾ, ਕਿਉਂਕਿ ਮੋਸਟ ਆਫ ਦੀ ਟਾਈਮ ਜੋ ਮੈਂ ਦੇਖਿਆ ਟਾਈਮ ਪੀਰੀਅਡ ਸਿਰਫ ਕਨਫਿਊਜ਼ ਕਰਨ ਵਾਸਤੇ ਹੁੰਦਾ ਹੈ। ਸੋ ਇਸ ਚੀਜ਼ 'ਤੇ ਤੁਸੀਂ ਜ਼ਰੂਰ ਫੋਕਸ ਕਰਨਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟ੍ਰਾਂਜੀਸ਼ਨ ਵਰਡਸ ਦੀ।
ਲਾਈਕ ਫਰਸਟਲੀ, ਸੈਕੰਡਲੀ ਐਂਡ ਫਾਈਨਲੀ। ਇਹ ਜੇ ਵਰਡਸ ਉੱਥੇ ਯੂਜ਼ ਹੋ ਰਹੇ ਹੈ, ਤੁਸੀਂ ਮਤਲਬ ਉਹ ਬਹੁਤ ਈਜ਼ੀ ਟਾਸਕ ਹੋਊਗਾ ਜਿੱਥੇ ਫਰਸਟਲੀ ਆ ਗਿਆ, ਸੈਕੰਡਲੀ ਆ ਗਿਆ, ਉਸ ਤੋਂ ਬਾਅਦ ਜਿਹੜਾ ਫਾਈਨਲੀ ਆਏਗਾ ਉਹ ਅੰਡਰਸਟੂਡ ਹੈ ਕਿ ਲਾਸਟ ਦੇ ਵਿੱਚ ਹੀ ਆਊਗਾ। ਤਾਂ ਇਸ ਤਰ੍ਹਾਂ ਦੇ ਅਗਰ ਵਰਡਸ ਆਉਂਦੇ ਆ ਤਾਂ ਤੁਹਾਨੂੰ ਇੱਕ ਸੀਕੁਐਂਸ ਮਿਲ ਜਾਂਦਾ ਹੈ। ਅਗਰ ਫਰਸਟਲੀ ਕਿਤੇ ਆ ਰਿਹਾ ਤਾਂ ਇਟ ਮੀਨਸ ਉਹ ਪਹਿਲਾ ਹੈਗਾ, ਉਸ ਤੋਂ ਬਾਅਦ ਅਗਰ ਸੈਕੰਡਲੀ ਆ ਰਿਹਾ ਤਾਂ ਤੁਸੀਂ ਉਹਦੇ ਨਾਲ ਕਨੈਕਟ ਕਰ ਸਕਦੇ ਆ, ਤਾਂ ਸੇਮ ਫਾਈਨਲੀ ਵੀ ਆ ਸਕਦਾ ਹੈ। ਉਸ ਤੋਂ ਬਾਅਦ ਦੇਅਰਫੋਰ, throughout and as a result are the concluding point। ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕਿਸੇ ਕਨਕਲੂਜ਼ਨ ਦੀ ਗੱਲ ਹੋ ਰਹੀ ਹੈ ਜਾਂ ਅਡੀਸ਼ਨਲੀ ਵੀ ਹੋ ਗਿਆ, ਤਾਂ ਤੁਹਾਡੇ ਉਹ ਕਨਕਲੂਡਿੰਗ ਪੁਆਇੰਟ ਹੋਣਗੇ। ਜਿੱਥੇ ਐਜ਼ ਅ ਰਿਜ਼ਲਟ ਵਰਡ ਆ ਗਿਆ, ਉਹ ਐਂਡ ਦੇ ਵਿੱਚ ਆਊਗਾ ਹਮੇਸ਼ਾ, ਇਨ ਬਿਟਵੀਨ ਕਿਤੇ ਵੀ ਨਹੀਂ ਆਊਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੋਰ ਓਵਰ, ਹਾਊ ਐਵਰ। ਇਹ ਤੁਹਾਡੇ ਐਕਸੈਪਸ਼ਨ ਜਿੱਥੇ ਆ ਗਈ ਜਾਂ ਫਿਰ ਕਿਤੇ ਕੌਂਟਰਡਿਕਸ਼ਨ ਪੁਆਇੰਟ ਆ ਗਿਆ, ਉਹ ਤੁਹਾਡੇ ਹਮੇਸ਼ਾ ਸਪੋਰਟਿੰਗ ਪੁਆਇੰਟ ਹੋਣਗੇ। ਮਤਲਬ ਇਨ ਕੇਸ ਜੇ ਤੁਹਾਡੀ ਇੱਕ ਲਾਈਨ ਖਤਮ ਹੋ ਗਈ ਤਾਂ ਉਸ ਤੋਂ ਬਾਅਦ ਜਿਹੜੀ ਨੈਕਸਟ ਲਾਈਨ ਸਟਾਰਟ ਹੋਏਗੀ ਉਹ ਮਾਈਟ ਵੀ ਹਾਊ ਐਵਰ ਨਾਲ ਸਟਾਰਟ ਹੋ ਰਹੀ ਹੈ। ਜਿੱਥੇ ਕਿਸੇ ਸਟੇਟਮੈਂਟ ਦੀ ਕੌਂਟਰਡਿਕਸ਼ਨ ਹੋ ਰਹੀ ਹੈ, ਉਹ ਤੁਹਾਡਾ ਉੱਥੇ ਸਪੋਰਟਿੰਗ ਪੁਆਇੰਟ ਹੋਏਗਾ। ਐਂਡ ਹਾਊ ਐਵਰ ਵਿਲ ਬੀ ਦੀ ਓਪਨਿੰਗ ਸੈਂਟੈਂਸ। ਇਹ ਤਾਂ ਸਾਰੇ ਟ੍ਰਿਕਸ ਹੋ ਗਏ, ਮਤਲਬ ਤੁਸੀਂ ਫੋਲੋ ਕਰ ਸਕਦੇ ਹੋ। ਬਟ ਇਨ ਕੇਸ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਕੋਈ ਵੀ ਟ੍ਰਿਕਸ ਇੱਥੇ ਕੰਮ ਨਹੀਂ ਕਰ ਰਿਹਾ, ਕਿਉਂਕਿ ਕਈ ਵਾਰ ਹੁੰਦਾ ਕਿ ਨਾ ਤਾਂ ਤੁਹਾਨੂੰ ਕੋਈ ਸੈਂਟੈਂਸ ਦ ਨਾਲ ਸਟਾਰਟ ਹੋ ਰਿਹਾ, ਨਾ ਤੁਹਾਨੂੰ ਕਿਤੇ ਨੇਮ ਆਫ ਪਰਸਨ ਮੈਂਸ਼ਨ ਹੋ ਰਿਹਾ, ਜਾਂ ਫਿਰ ਟਾਈਮ ਪੀਰੀਅਡਸ ਵੀ ਤੁਸੀਂ ਕਨਫਿਊਜ਼ਨ ਹੋ, ਦੈਨ ਯੂ ਕੈਨ ਯੂਜ਼ ਟਰਾਇਲ ਐਂਡ ਐਰਰ ਮੈਥਡ। ਤੁਸੀਂ ਐਵੇਂ ਕਰ ਸਕਦੇ ਹੋ ਕਿ ਇਨ ਕੇਸ ਜੇ ਤੁਹਾਡੇ 4 ਪੇਅਰਸ ਬਣ ਰਹੇ ਆ ਤਾਂ ਤੁਹਾਨੂੰ 2 ਪੇਅਰ ਸਮਝ ਆ ਗਏ, ਤੁਸੀਂ 2 ਕਰੈਕਟ ਕਰਤੇ, ਬਾਕੀ ਜੋ ਤੁਹਾਨੂੰ ਸਮਝ ਆ ਰਿਹਾ ਤੁਸੀਂ ਉਸ ਹਿਸਾਬ ਨਾਲ ਅਟੈਂਪਟ ਕਰਤਾ। ਕਿਉਂਕਿ ਤੁਸੀਂ ਆਪਣਾ ਉੱਥੇ ਟਾਈਮ ਵੇਸਟ ਨਹੀਂ ਕਰਨਾ, ਸਿਰਫ 2 ਮਿੰਟ ਹੈ ਤੁਹਾਡੇ ਕੋਲ, ਉਸ ਤੋਂ ਬਾਅਦ ਤੁਸੀਂ ਨੈਕਸਟ ਪੈਰਾਗ੍ਰਾਫ 'ਤੇ ਜਾਣਾ ਹੈ। ਸੋ ਤੁਸੀਂ ਟਰਾਇਲ ਐਂਡ ਐਰਰ ਮੈਥਡ ਯੂਜ਼ ਕਰ ਸਕਦੇ ਹੋ। ਇਨ ਕੇਸ ਅਗਰ ਤੁਹਾਡੀਆਂ ਰੀਡਿੰਗ ਫਿਲਿੰਗ ਦਾ ਬਲੈਂਕਸ ਔਰ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਵਧੀਆ ਨੇ, ਤਾਂ 6 ਨੰਬਰ 'ਚੋਂ ਜੇ ਤੁਸੀਂ 2 ਜਾਂ 3 ਨੰਬਰ ਵੀ ਲੈ ਰਹੇ ਹੋ ਤਾਂ ਬਹੁਤ ਸਫੀਸ਼ੀਐਂਟ ਹੈ। ਆਪਣੇ ਨੈਕਸਟ ਲੈਕਚਰ 'ਚ ਮੈਂ ਕੁਝ ਪੈਰਾਗ੍ਰਾਫ ਤੁਹਾਡੇ ਨਾਲ ਡਿਸਕਸ ਕਰਾਂਗੀ ਕਿ ਤੁਸੀਂ ਕਿਵੇਂ ਅਰੇਂਜ ਕਰਨਾ ਹੈ, ਕਿਵੇਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਜੇ ਤੁਹਾਨੂੰ ਰੀਆਰਡਰ ਪੈਰਾਗ੍ਰਾਫ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੈਨੂੰ WhatsApp ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਕਮੈਂਟ ਬਾਕਸ 'ਚ ਵੀ ਤੁਸੀਂ ਆਪਣੇ ਕੁਐਸਚਨਸ ਮੈਨੂੰ ਲਿਖ ਸਕਦੇ ਹੋ ਜਾਂ ਮੇਰੀ ਮੇਲ ID 'ਤੇ ਮੇਲ ਕਰ ਸਕਦੇ ਹੋ। ਹਲੇ ਤੱਕ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਹੀਂ ਭੁੱਲਣਾ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।